ਕੀ ਹੈ ਸ਼ੈਤਾਨ ਦੀ ਬਾਈਬਲ। ਜੀ ਹਾਂ, ਅੱਜ ਅਸੀਂ ਇੱਕ ਅਜਿਹੀ ਕਿਤਾਬ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੂੰ ਸ਼ੈਤਾਨ ਦੀ ਬਾਈਬਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਕਿਤਾਬ ਸਵੀਡਨ ਦੀ ਨੈਸ਼ਨਲ ਲਾਇਬ੍ਰੇਰੀ ਵਿੱਚ ਪਈ ਹੈ ਅਤੇ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਇਹ ਕਿਤਾਬ 1648 ਵਿੱਚ ਲੱਭੀ ਸੀ, ਜਦੋਂ ਉਹਨਾਂ ਨੇ ਡਰੱਗ ਨਾਮ ਦੇ ਇੱਕ ਸ਼ਹਿਰ ਤੇ ਕਬਜ਼ਾ ਕੀਤਾ ਸੀ, ਜੋ ਕਿ ਅੱਜ ਦੇ ਚੈੱਕ ਰਿਪਬਲਿਕ ਵਿੱਚ ਹੈ। ਉਸ ਵੇਲੇ ਇਸ ਕਿਤਾਬ ਦਾ ਆਕਾਰ ਹੀ ਹੈਰਾਨ ਕਰ ਦੇਣ ਵਾਲਾ ਸੀ। ਇਹ 3 ਫੁੱਟ ਉੱਚੀ ਅਤੇ 1.5 ਫੁੱਟ ਤੋਂ ਵੀ ਜ਼ਿਆਦਾ ਚੌੜੀ ਸੀ। ਇਸ ਦਾ ਭਾਰ ਲਗਭਗ 74 ਕਿਲੋ ਸੀ। ਇਸ ਵਿੱਚ ਬਾਈਬਲ ਦੇ ਨਾਲ-ਨਾਲ ਕਈ ਪੁਰਾਤਨ ਕਹਾਣੀਆਂ ਅਤੇ ਦਵਾਈਆਂ ਦੀ ਜਾਣਕਾਰੀ ਲਿਖੀ ਹੋਈ ਸੀ, ਪਰ ਜੋ ਇਸ ਕਿਤਾਬ ਨੂੰ ਸਭ ਤੋਂ ਵੱਖਰਾ ਕਰਦਾ ਹੈ ਉਹ ਇਹ ਹੈ ਕਿ ਇਸ ਦੇ ਇੱਕ ਪੂਰੇ ਪੰਨੇ ਤੇ ਸ਼ੈਤਾਨ ਦੀ ਤਸਵੀਰ ਬਣੀ ਹੋਈ ਸੀ। ਪਰ ਕਿਸੇ ਕਿਤਾਬ ਵਿੱਚ ਸ਼ੈਤਾਨ ਦੀ ਤਸਵੀਰ ਬਣੀ ਹੋਣ ਨਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਸ਼ੈਤਾਨ ਦੀ ਬਾਈਬਲ ਹੋਵੇ। ਤਾਂ ਇਸ ਦਾ ਵੀ ਇੱਕ ਕਾਰਨ ਹੈ। ਅਸਲ ਵਿੱਚ ਇਸ ਕਿਤਾਬ ਨਾਲ ਇੱਕ ਕਹਾਣੀ ਜੁੜੀ ਹੋਈ ਹੈ। ਕਿਹਾ ਜਾਂਦਾ ਹੈ ਕਿ ਕਈ ਸਦੀਆਂ ਪਹਿਲਾਂ ਇੱਕ ਪੁਜਾਰੀ ਨੂੰ ਸਜ਼ਾ ਮਿਲੀ ਸੀ ਕਿ ਉਸ ਨੂੰ ਦੀਵਾਰ ਵਿੱਚ ਚਿਣਾ ਦਿੱਤਾ ਜਾਵੇਗਾ। ਇਹ ਸਜ਼ਾ ਉਸ ਨੂੰ ਆਪਣੇ ਧਾਰਮਿਕ ਪ੍ਰਣ ਤੋੜਨ ਕਰਕੇ ਮਿਲੀ ਸੀ। ਉਸ ਵਕਤ ਉਸਨੇ ਸਿਪਾਹੀਆਂ ਦੇ ਨਾਲ ਇੱਕ ਸੌਦਾ ਕੀਤਾ ਕਿ ਜੇਕਰ ਉਹ ਇੱਕ ਦਿਨ ਵਿੱਚ ਇੱਕ ਅਜਿਹੀ ਕਿਤਾਬ ਲਿਖ ਦੇਵੇ ਜਿਸ ਵਿੱਚ ਦੁਨੀਆ ਦੀ ਸਾਰੀ ਜਾਣਕਾਰੀ ਹੋਵੇ ਤਾਂ ਕੀ ਉਸ ਨੂੰ ਮਾਫੀ ਮਿਲ ਸਕਦੀ ਹੈ। ਤਾਂ ਇਸ ਗੱਲ ਤੇ ਸਿਪਾਹੀ ਮੰਨ ਗਏ। ਉਹਨਾਂ ਨੇ ਸੋਚਿਆ ਕਿ ਅਜਿਹਾ ਕੰਮ ਕਰਨਾ ਤਾਂ ਨਾਮੁਮਕਿਨ ਹੋਵੇਗਾ, ਪਰ ਪੁਜਾਰੀ ਉਸੇ ਵੇਲੇ ਕੰਮ ਤੇ ਲੱਗ ਜਾਂਦਾ ਹੈ ਅਤੇ ਕਿਤਾਬ ਲਿਖਣੀ ਸ਼ੁਰੂ ਕਰ ਦਿੰਦਾ ਹੈ। ਪਰ ਕਈ ਘੰਟਿਆਂ ਬਾਅਦ ਵੀ ਉਸਦੀ ਕਿਤਾਬ ਪੂਰੀ ਹੁੰਦੀ ਨਹੀਂ ਦਿਸਦੀ। ਕਿਤਾਬ ਪੂਰੀ ਨਾ ਹੁੰਦੀ ਦੇਖ ਕੇ ਉਹ ਅਰਦਾਸ ਕਰਦਾ ਹੈ, ਪਰ ਉਹ ਅਰਦਾਸ ਰੱਬ ਅੱਗੇ ਨਹੀਂ ਬਲਕਿ ਸ਼ੈਤਾਨ ਅੱਗੇ ਕਰਦਾ ਹੈ। ਉਹ ਸ਼ੈਤਾਨ ਨੂੰ ਕਹਿੰਦਾ ਹੈ ਕਿ ਮੈਨੂੰ ਇਹ ਕਿਤਾਬ ਪੂਰੀ ਕਰਨ ਵਿੱਚ ਮਦਦ ਕਰ ਅਤੇ ਇਸ ਦੇ ਬਦਲੇ ਮੇਰੀ ਆਤਮਾ ਲੈ ਲਵੇਂ। ਸ਼ੈਤਾਨ ਮੰਨ ਜਾਂਦਾ ਹੈ ਅਤੇ ਕਿਤਾਬ ਪੂਰੀ ਕਰ ਦਿੰਦਾ ਹੈ। ਇਸ ਤੇ ਉਹ ਪੁਜਾਰੀ ਸ਼ੈਤਾਨ ਦਾ ਧੰਨਵਾਦ ਕਰਨ ਲਈ ਇੱਕ ਪੰਨੇ ਤੇ ਉਸ ਦੀ ਤਸਵੀਰ ਬਣਾ ਦਿੰਦਾ ਹੈ। ਤੇ ਇਹ ਸੀ ਇਸ ਕਿਤਾਬ ਨਾਲ ਜੁੜੀ ਕਹਾਣੀ। ਇਸ ਵਿੱਚ ਕਿੰਨੀ ਕੁ ਸੱਚਾਈ ਹੈ ਕਿਸੇ ਨੂੰ ਨਹੀਂ ਪਤਾ, ਪਰ ਜੇਕਰ ਇਤਿਹਾਸ ਦੇਖਿਆ ਜਾਵੇ ਤਾਂ ਹਰ ਗੱਲ ਦਾ ਜਵਾਬ ਮਿਲ ਜਾਂਦਾ ਹੈ। ਇਸੇ ਤਰ੍ਹਾਂ ਇਸ ਕਿਤਾਬ ਦੀ ਕਹਾਣੀ ਦਾ ਵੀ ਅੰਦਾਜ਼ਾ ਇਤਿਹਾਸਕਾਰਾਂ ਦੁਆਰਾ ਲਗਾਇਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਕਿਤਾਬ 13ਵੀਂ ਸਦੀ ਵਿੱਚ ਲਿਖੀ ਗਈ ਹੋਵੇਗੀ ਅਤੇ ਇਸ ਦੇ ਲਿਖਾਈ ਦਾ ਨਾਮ ਹਰਮਨ ਦਾ ਰੈਕਲਿਊਸ ਹੋਵੇਗਾ, ਜਿਸ ਨੇ ਘੱਟੋ-ਘੱਟ 30 ਸਾਲ ਇਸ ਕਿਤਾਬ ਨੂੰ ਲਿਖਣ ਤੇ ਲਗਾਏ ਹੋਣਗੇ। ਪਰ ਸਵਾਲ ਹੈ ਕਿ ਉਸਨੇ ਸ਼ੈਤਾਨ ਦੀ ਤਸਵੀਰ ਕਿਉਂ ਬਣਾਈ। ਇਸ ਦਾ ਜਵਾਬ ਵੀ ਸ਼ਾਇਦ ਉਸੇ ਕਿਤਾਬ ਵਿੱਚ ਮਿਲ ਜਾਵੇ। ਅਸਲ ਵਿੱਚ ਜਦੋਂ ਉਸ ਕਿਤਾਬ ਦਾ ਸ਼ੈਤਾਨ ਦੀ ਤਸਵੀਰ ਵਾਲਾ ਪੰਨਾ ਖੋਲ੍ਹਿਆ ਜਾਂਦਾ ਹੈ ਤਾਂ ਉਸ ਦੇ ਬਿਲਕੁਲ ਉਲਟ ਇੱਕ ਤਸਵੀਰ ਬਣੀ ਹੋਈ ਹੈ, ਜੋ ਕਿ ਇੱਕ ਬਹੁਤ ਸੋਹਣੀ ਇਮਾਰਤ ਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਸਵਰਗ ਦੀ ਤਸਵੀਰ ਹੈ। ਅਤੇ ਉਸ ਲਿਖਾਰੀ ਨੇ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਸੋਚ ਲਓ ਕਿ ਤੁਸੀਂ ਬੁਰੇ ਕਰਮ ਕਰਕੇ ਨਰਕ ਜਾਣਾ ਚਾਹੋਗੇ ਜਾਂ ਚੰਗੇ ਕਰਮ ਕਰਕੇ ਸਵਰਗ ਦੇ ਵਿੱਚ। ਪਰ ਇਸ ਕਿਤਾਬ ਦੇ ਨਾਲ ਇਹ ਸ਼ੈਤਾਨੀ ਕਹਾਣੀ ਕਿਵੇਂ ਜੁੜੀ ਕਿ ਇਹ ਸ਼ੈਤਾਨ ਦੁਆਰਾ ਲਿਖੀ ਗਈ ਸੀ। ਅਸਲ ਵਿੱਚ ਇਸ ਕਿਤਾਬ ਦਾ ਇਤਿਹਾਸ ਬਹੁਤ ਸਾਰੀਆਂ ਬੁਰੀਆਂ ਘਟਨਾਵਾਂ ਦੇ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਵਿੱਚੋਂ ਇੱਕ ਕਹਾਣੀ ਇਹ ਹੈ ਕਿ 1697 ਵਿੱਚ ਇਹ ਕਿਤਾਬ ਇੱਕ ਕਿਲੇ ਵਿੱਚ ਪਈ ਸੀ ਜਿਸ ਨੂੰ ਅੱਗ ਲੱਗ ਗਈ। ਤਾਂ ਉਸ ਵੇਲੇ ਇਹ ਕਿਤਾਬ ਜਦੋਂ ਤੀਸਰੀ ਮੰਜ਼ਲ ਤੋਂ ਥੱਲੇ ਸਿੱਟੀ ਗਈ ਤਾਂ ਇਹ ਇੱਕ ਵਿਅਕਤੀ ਦੇ ਸਿਰ ਤੇ ਆ ਕੇ ਡਿੱਗ ਪਈ। ਤੁਸੀਂ ਸੋਚ ਹੀ ਸਕਦੇ ਹੋ ਕਿ ਉਸ ਦਾ ਕੀ ਹਾਲ ਹੋਇਆ ਹੋਵੇਗਾ। ਖੈਰ, ਸਾਨੂੰ ਨਹੀਂ ਪਤਾ ਕਿ ਇਤਿਹਾਸਕਾਰਾਂ ਦੀ ਕਹਾਣੀ ਸੱਚੀ ਹੈ ਜਾਂ ਇਸ ਕਿਤਾਬ ਨਾਲ ਜੁੜੀ ਪੁਰਾਣੀ ਮਿੱਥ, ਅਤੇ ਸ਼ਾਇਦ ਹੀ ਭਵਿੱਖ ਵਿੱਚ ਕਿਸੇ ਨੂੰ ਇਹ ਪਤਾ ਲੱਗ ਸਕੇ।